ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਵਾਹਿਗੁਰੂ 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 ਵਾਹਿਗੁਰੂ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਮਤਾਂ ਦੇ ਪਜਸ਼ਨੀ ਗੁਰੂ ਗਰੀਬ ਨਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਹਨ। ਸੇਵਾ ਦੀਆਂ ਸੁਭਾਗੀਆਂ ਘੜੀਆਂ, ਸੇਵਾ ਸਿਮਰਨ ਸੰਗਤਾਂ ਦੇ ਦਰਸ਼ਨ ਮੇਲੇ, ਸਤਸੰਗਤ ਦੇ ਮਹਾਨ ਕੁੰਭ ਸਤਿਗੁਰਾਂ ਨੇ ਦਇਆ ਕੀਤੀ ਹੈ, ਬਖਸ਼ਿਸ਼ ਕੀਤੇ ਹਨ। ਹਰ ਰੋਜ਼ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਚਰਨਾਂ 'ਚ ਬਹਿਣ ਦਾ ਸਾਨੂੰ ਸਮਾਂ ਬਖਸ਼ਿਆ ਜੀ। ਜੋ ਵੀ ਪਰਮੇਸ਼ਰ ਦੇ, ਖੁਦਾ ਦੇ, ਅੱਲਾ ਵਾਹਿਗੁਰੂ ਦੇ ਪਿਆਰੇ ਆਪ ਜੀ ਸਮੇਂ ਦਾ ਲਾਹਾ ਲੈ ਰਹੇ ਹੋ, ਸਭ ਧੰਨ ਭਾਗੀ ਹੋ, ਧੰਨਤਾ ਦੇ ਯੋਗ ਹੋ ਜੀ, ਜੋ ਆਪਣੇ ਸਮੇਂ ਨੂੰ, ਸਵਾਸਾਂ ਨੂੰ, ਮਨੁੱਖਾ ਜਨਮ ਨੂੰ ਸਤਿਗੁਰਾਂ ਦੇ ਚਰਨਾਂ 'ਚ ਬਹਿ ਕਰਕੇ ਲੇਖੇ ਵਿੱਚ ਲਾਉਣ ਦਾ ਯਤਨ ਕਰ ਰਹੇ ਹੋ, ਸਭ ਬੜਭਾਗੀ ਹੋ। ਸੋ ਉਹਦੀ ਕਿਰਪਾ ਦੇ ਨਾਲ ਸਾਧ ਸੰਗਤ ਲੜੀਵਾਰ ਕਥਾ ਵਿਚਾਰ ਜੋ ਆਪਾਂ ਵਿਚਾਰ ਰਹੇ ਹਾਂ ਕਾਫੀ ਲੰਮੇ ਸਮੇਂ ਤੋਂ, ਮਾਲਕ ਕਿਰਪਾ ਰੱਖੇ। ਇਸੇ ਤਰ੍ਹਾਂ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਜਿੰਨੀ ਕੁ ਜ਼ਿੰਦਗੀ ਲੰਘ ਗਈ ਤੇਰੇ ਚਰਨਾਂ 'ਚ ਲੇਖੇ ਲਾਇਓ। ਇਹੀ ਮੰਗਣਾ ਕਿ ਮਹਾਰਾਜ ਜਿੰਨੇ ਕੁ ਸਾਹ ਰਹਿੰਦੇ ਨੇ ਬਾਕੀ ਜੀਵਨ ਦੇ, ਜਿੰਨੀ ਕੁ ਜ਼ਿੰਦਗੀ ਬਾਕੀ ਹੈ ਉਹ ਵੀ ਤੇਰੇ ਚਰਨਾਂ 'ਚ ਗੁਜ਼ਰੇ। ਆ ਬੇਨਤੀ ਕਰੀਏ।
ਲੜੀਵਾਰ ਕਥਾ ਹਰ ਰੋਜ਼ ਵਿਚਾਰਦੇ ਹਾਂ ਆਪਾਂ। ਪਿੱਛੇ ਜੋ ਵਿਚਾਰ ਕੀਤੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ, ਫਿਰ ਰਾਮਦਾਸ ਮਹਾਰਾਜ ਜੀ, ਵਿਚਾਰ ਹੋਈ ਉਹਨਾਂ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਦੀ। ਅੱਜ ਦਾ ਸ਼ਬਦ ਜਿਹੜਾ ਹੈ ਉਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੁਆਰਾ ਉਚਾਰਨ ਕੀਤਾ ਹੈ। ਇਹ ਸ਼ਬਦ ਜਿਹੜੇ ਆ ਨਾ ਜੀ, ਗੁਰਬਾਣੀ ਜਿਹੜੀ ਆ, ਗੁਰੂ ਦਾ ਗਿਆਨ ਕੀ ਹੈ, ਅੰਦਰ ਧਾਰੀਏ ਵਿਚਾਰੀਏ ਕਿ ਇਹ ਗਿਆਨ ਜਿਹੜਾ ਆ, ਬਾਣੀ ਜਿਹੜੀ ਆ, ਅਸਲ ਦੇ ਵਿੱਚ ਇਹ ਹੈ ਕੀ। ਹੋਰ ਬੜੀਆਂ ਲਿਖਤਾਂ ਨੇ, ਬੜੀਆਂ ਕਿਤਾਬਾਂ ਨੇ, ਬੜਾ ਕੁਛ ਹੈ ਜੀ, ਪਰ ਆ ਅੱਖਰ ਵੇਖੋ ਹੀ ਨੇ, ਉਹ ਵੀ ਪੰਜਾਬੀ ਦੇ ਨੇ 35 ਅੱਖਰਾਂ 'ਚ। ਉਹ ਲਿਖਤਾਂ ਵੀ ਐਵੇਂ ਨੇ, ਅਖਬਾਰਾਂ, ਕਿਤਾਬਾਂ, ਰਸਾਲੇ, ਹੋਰ ਬੜੀਆਂ ਕਿਤਾਬਾਂ ਨੇ ਜੀ, ਤੇ ਉਹੀ 35 ਅੱਖਰਾਂ ਦੀ ਆ ਬਾਣੀ ਲਿਖੀ ਆ। ਇਹ ਉਹ ਬਾਣੀ ਹੈ ਗੁਰਮੁਖਾਂ ਦੁਆਰਾ, ਭਾਵ ਗੁਰਮੁਖ ਲਿਪੀ ਸਤਿਗੁਰਾਂ ਦੁਆਰਾ ਆਪਣੇ ਮੁਖ ਤੋਂ ਉਚਾਰਨ ਕੀਤੀ ਹੋਈ। ਇਹ ਉਹ ਦਵਾਈ ਹੈ, ਉਹ ਬਾਣੀ ਹੈ। ਫਿਰ ਐਸਾ ਦਾਰੂ ਖਾਏ ਗਵਾਰ, ਜਿਤ ਖਾਧੈ ਤੇਰੇ ਜਾਹੇ ਬੇਕਾਰ। ਇਹ 35 ਅੱਖਰਾਂ ਦੀ ਉਹ ਦਵਾਈ ਹੈ, ਜਿਤ ਖਾਧੈ ਤੇਰੇ ਜਾਏ ਬੇਕਾਰ। ਉਹ ਦਾਰੂ ਕਹੀਏ ਦਵਾਈ, ਬੰਦਿਆ ਉਹ ਦਵਾਈ ਖਾ, ਉਹਦਾ ਸੇਵਨ ਕਰ। ਜਿਹਨੂੰ ਜਪ ਕਰਕੇ, ਪੜ੍ਹ ਕਰਕੇ ਤੇਰੇ ਅੰਦਰ ਦੇ ਵਿਕਾਰ ਜਿਹੜੇ ਆ ਨੱਠ ਜਾਣ। ਲਿਖਤਾਂ ਉਹ ਵੀ ਨੇ ਜਿਹੜੀਆਂ ਦੂਜੀਆਂ ਨੇ, ਕਿਤਾਬਾਂ, ਕਾਪੀਆਂ, ਰਸਾਲੇ, ਬੜਾ ਕੁਛ ਆਉਂਦੇ ਆ ਲੇਖ। ਫਿਰ ਉਹਨਾਂ 'ਚ ਬਚਨ ਕਈ ਐਸੇ ਹੁੰਦੇ ਨੇ ਜਿਹਦੇ ਨਾਲ ਬਿਮਾਰੀਆਂ ਚਿੰਬੜਦੀਆਂ ਨੇ। ਇਹ ਉਹ ਦਵਾਈ ਹੈ, ਐਸਾ ਦਾਰੂ ਖਾਏ ਗਵਾਰ, ਜਿਤ ਖਾਧੈ ਤੇਰੇ ਜਾਹੇ ਬੇਕਾਰ। ਜਿਹਨੂੰ ਤੂੰ ਖਾਏਂਗਾ, ਸੇਵਨ ਕਰੇਂਗਾ, ਪੜ੍ਹੇਂਗਾ, ਤੇਰੇ ਬੇਕਾਰ ਚਲੇ ਜਾਣੇ ਆ। ਅਸ਼ੁਭ ਗੁਣ ਜਿਹੜੇ ਨੇ, ਮਾੜੇ ਕਰਮ ਜਿਹੜੇ ਨੇ, ਨੱਠ ਜਾਣਗੇ। ਅੱਜ ਦਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਆ ਜੀ। ਹਰ ਇੱਕ ਸ਼ਬਦ ਦੀ, ਜਿਹੜੀ ਵੀ ਬਾਣੀ, ਜਿਹੜਾ ਵੀ ਵਚਨ ਆਪਾਂ ਪੜ੍ਹਦੇ ਹਾਂ ਨਾ ਜੀ, ਉਹਦੀ ਉਥਾਨਕ ਹੈ। ਭਾਵ ਉਹ ਕਿੱਥੇ, ਕਿਉਂ, ਕਿਵੇਂ, ਕਿਹਦੇ ਪਰਥਾਏ ਮਹਾਰਾਜ ਨੇ ਇਹ ਉਚਾਰਨ ਕੀਤੀ ਹੈ ਬਾਣੀ, ਇਹਦੀ ਉਥਾਨਕਾ ਕੀ ਆ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਦੇ ਸਮੇਂ ਮਾਝੇ ਦੇ ਪੱਟੀ ਨਗਰ ਦਾ ਇੱਕ ਰਾਜਾ ਸੀ, ਦੁਨੀ ਚੰਦ। ਕਹਾਣੀ ਆਪਾਂ ਸੁਣੀਆਂ, ਕੁਛ ਵਿੱਚੋਂ ਗਿਆਨ ਲੈਣਾ ਕਿ ਸੇਧ ਕੀ ਆ। ਰਾਜਾ ਸੀਗਾ ਦੁਨੀ ਚੰਦ, ਰਾਜ ਕਰਦਾ ਸੀ ਉਹ ਰਾਜ ਮਦ ਕਹੀਏ ਨਸ਼ਾ। ਰਾਜ ਦੇ ਨਸ਼ੇ ਦੇ ਵਿੱਚ ਇਤਨਾ ਮਗਰੂਰ ਹੋ ਗਿਆ, ਮਸਤਿਆ ਗਿਆ, ਇਤਨਾ ਗਰਕ ਹੋ ਗਿਆ, ਹੰਕਾਰੀ ਬਣ ਗਿਆ ਕਿ ਸਭ ਕੁਛ ਮੈਂ ਹੀ ਕਰਨ ਵਾਲਾ। ਹੰਕਾਰੀ ਹੋ ਚੁੱਕਾ ਸੀ ਉਹ, ਰੱਬ ਨੂੰ ਭੁੱਲ ਚੁੱਕਾ ਸੀਗਾ। ਉਹਦੀਆਂ 7 ਲੜਕੀਆਂ ਸੀ। ਇੱਕ ਦਿਨ ਉਹਨੇ ਸਭ ਨੂੰ ਬੁਲਾਇਆ, ਆਪਣੀਆਂ ਧੀਆਂ ਨੂੰ, ਲੜਕੀਆਂ ਨੂੰ, ਤੇ ਪੁੱਛਦਾ ਕਿ ਤੁਸੀਂ ਕਿਹਦਾ ਦਿੱਤਾ ਖਾਨੀ ਹੋ।
ਜਿਹੜੀਆਂ ਵਿਆਹੀਆਂ ਸੀ ਨਾ, ਵਿਆਹੀਆਂ ਵਰੀਆਂ ਸੀ 6, ਉਹਨਾਂ ਨੇ ਕਿਹਾ ਪਿਤਾ ਜੀ ਤੁਹਾਡਾ ਦਿੱਤਾ ਖਾਨੀ ਆ, ਤੁਸੀਂ ਦਿੰਦੇ ਹੋ ਤਾਂ ਖਾਂਦੇ ਆ। ਪਰ ਇੱਕ ਸੀ ਜਿਹੜੀ ਨਾ ਬੀਬੀ ਰਜਨੀ ਰਾਜ ਕੌਰ, ਉਹ ਕੁਆਰੀ ਸੀ। ਉਹਨੂੰ ਪੁੱਛਣਾ ਕੀਤਾ। ਉਹ ਸੀ ਗੁਰਸਿੱਖ ਪਿਆਰਿਓ ਸਤ ਸੰਗਤ ਕਰਨ ਵਾਲੀ, ਬਾਣੀ ਪੜ੍ਹਨ ਵਾਲੀ। ਉਹਨੇ ਗੁਰਬਾਣੀ ਦੇ ਆਧਾਰ ਤੇ ਉੱਤਰ ਦਿੱਤਾ, ਕਹਿੰਦੀ ਪਿਤਾ ਜੀ ਤੁਸੀਂ ਸਤਿਕਾਰਯੋਗ ਹੋ, ਸਭ ਨੂੰ ਰੋਜੀ ਦੇਣ ਵਾਲਾ ਉਹ ਮਾਲਕ ਹੈ, ਰੱਬ ਹੈ। ਉਹ ਕਹਿੰਦੇ ਆ ਜਿਨ ਜੀਓ ਦੀਆ ਸੋ ਰਿਜਕ ਅੰਬਰਾਵੈ, ਸਭ ਕੱਢ ਪੀਤਰ ਹਾੜ ਚਲਾਵੇ। ਸਿਰ ਸਿਰ ਰਿਜਕ ਸਮਾਹੇ ਠਾਕੁਰ, ਕਾਹੇ ਮਨ ਭਾਉ ਕਰੇ ਆਏ। ਹਰ ਇੱਕ ਨੂੰ ਰੋਜੀ ਉਹ ਮਾਲਕ ਦਿੰਦਾ ਜੀ। ਉਹ ਕਹਿੰਦੀ ਪਿਤਾ ਜੀ ਤੁਸੀਂ ਮੇਰੇ ਪਿਤਾ ਹੋ, ਰਾਜਾ ਹੋ, ਠੀਕ ਆ, ਪਰ ਰੋਟੀ ਦੇਣਾ, ਰੋਜੀ ਦੇਣਾ ਉਹ ਵਾਹਿਗੁਰੂ ਦੇ ਹੱਥ ਆ। ਰੋਜੀ ਦੇਣ ਵਾਲਾ ਉਹ ਪਰਮੇਸ਼ਰ ਹੈ। ਇਹ ਸੁਣ ਕੇ ਰਾਜਾ ਦੁਨੀ ਚੰਦ ਨਾਰਾਜ਼ ਹੋ ਗਿਆ, ਗੁੱਸੇ ਹੋ ਗਿਆ। ਉਹ ਕਹਿੰਦਾ ਮੇਰੇ ਕੋਲ ਰਹਿਣੀ ਆ, ਮੇਰੀ ਧੀ, ਮੇਰੀ ਪੁੱਤਰੀ ਆ ਤੂੰ, ਤੇ ਗੁਣ ਤੂੰ ਕਿਸੇ ਦੇ ਹੋਰ ਗਾਉਣੀ ਆ। ਗੁੱਸੇ ਵਿੱਚ ਆ ਕੇ ਉਹ ਕਹਿੰਦਾ ਮੈਂ ਦੇਖਦਾ ਵੀ ਤੈਨੂੰ ਰੋਜੀ ਫਿਰ ਕੌਣ ਦਿੰਦਾ ਹੈ। ਉਹਨੂੰ ਫਿਰ ਇੱਕ ਕੋੜੀ ਦੇ ਨਾਲ, ਪਿੰਗਲੇ ਨਾਲ ਵਿਆਹਤਾ ਸੀਗਾ। ਕਹਾਣੀ ਜਾਣਦੇ ਆਪਾਂ। ਇਹ ਜਿਹੜੇ ਸ਼ਬਦ ਦੀ ਵਿਚਾਰ ਆਪਾਂ ਕਰਨੀ, ਇਹ ਉੱਥੇ ਮਹਾਰਾਜ ਨੇ ਉਚਾਰਨ ਕੀਤਾ ਹੈ। ਪਿੰਗਲੇ ਨਾਲ ਵਿਆਹ ਦਿੱਤਾ ਵੀ ਦੇਖਦਾ ਵੀ ਹੁਣ ਭਾਵ ਮੰਗਣ ਲਾਤਾ ਜੀ। ਕਹਿੰਦਾ ਮੈਂ ਕੁਛ ਨਹੀਂ ਦਿੰਦਾ ਤੈਨੂੰ। ਹੁਣ ਫਿਰ ਜਿਹੜੇ ਰੱਬ ਦੇ ਗੁਣ ਗਾਉਣੀ ਆ ਲੈ ਫਿਰ ਉਹ ਤੀਓਂ ਖਾ। ਹੁਣ ਉਹ ਬੀਬੀ ਰਜਨੀ ਰਾਜ ਕੌਰ ਭਾਵ ਕੇ ਰੱਬ ਤੇ ਗੁਰੂ ਤੇ ਭਰੋਸਾ ਰੱਖਦੀ ਸੀਗੀ। ਆਪਣੇ ਭਾਗ ਸਮਝ ਕੇ, ਆਪਣੀ ਕਿਸਮਤ, ਆਪਣੇ ਕਰਮ ਸਮਝ ਕੇ ਟੋਕਰੀ ਚ ਸਾਬੇ ਦੇ ਵਿੱਚ ਆਪਣੇ ਘਰ ਵਾਲੇ ਨੂੰ ਬਿਠਾਇਆ, ਸਿਰ ਤੇ ਚੁੱਕ ਲਿਆ ਜੀ। ਆਪਣੀ ਕਿਸਮਤ ਕਰਮ ਸਮਝ ਕੇ ਮੇਰੇ ਪਿਤਾ ਨੇ ਪੱਲਾ ਪਕੜਾਇਆ ਇਹਦਾ, ਮੈਂ ਛੱਡਣਾ ਨਹੀਂ। ਬਾਕੀ ਮੇਰੀ ਕਿਸਮਤ ਹੈ, ਰੱਬ ਦੀ ਰਜ਼ਾ ਹੈ। ਤੇ ਗੁਰਮੁਖੋ ਫਿਰ ਆਪਣੇ ਸਿਰ ਤੇ ਆਪਣੇ ਪਤੀ ਨੂੰ, ਪਿੰਗਲੇ ਨੂੰ ਚੁੱਕੀ ਫਿਰਦੀ ਸੀ। ਅਖੀਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਉਹਨੇ ਕੀਤਾ। ਉਹ ਮੰਗਣ ਗਈ ਸੀ, ਪਿੰਗਲੇ ਨੇ ਇਸ਼ਨਾਨ ਕੀਤਾ, ਉਹ ਠੀਕ ਹੋ ਗਿਆ ਜੀ। ਅੱਜ ਵੀ ਹੋ ਰਹੇ ਆ, ਅੱਜ ਵੀ ਜੋ ਸ਼ਰਧਾ ਦੇ ਨਾਲ ਉੱਥੇ, ਸ਼ਰਧਾ ਦੇ ਨਾਲ ਅੰਮ੍ਰਿਤਸਰ, ਅੰਮ੍ਰਿਤ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ, ਬਾਣੀ ਕਹਿੰਦੀ ਆ। ਅੱਜ ਵੀ ਜੋ ਸ਼ਰਧਾ ਰੱਖ ਕੇ, ਜੋ ਕਾਲੇ ਨੇ ਨਾ ਕਾਲੇ, ਉਹਨੇ ਵੇਖਿਆ ਕਿ ਕਾਲੇ ਕਾਂ ਇਸ਼ਨਾਨ ਕਰ ਕਰਕੇ ਵੱਗੇ ਹੋ ਕੇ, ਚਿੱਟੇ ਹੋ ਕੇ ਨਿਕਲ ਰਹੇ ਨੇ। ਮੈਂ ਵੀ ਵੇਖ ਲਾਂ, ਮੈਂ ਵੀ ਵੇਖ ਲਾ। ਉਹਨੇ ਇਸ਼ਨਾਨ ਕਰ ਲਿਆ। ਘਰ ਵਾਲੀ ਜਦੋਂ ਆਈ ਪਛਾਣ ਨਾ ਆਵੇ। ਮਸਾਂ ਕਿਤੇ ਜਾ ਕੇ ਇੱਕ ਕਹਿੰਦੇ ਗੁੱਠਾ ਰੱਖ ਲਿਆ ਸੀਗਾ ਪਛਾਣਨ ਦੇ ਲਈ, ਕਿ ਘਰ ਵਾਲੀ ਪਛਾਣ ਲੈ ਮੈਨੂੰ ਆ ਕੇ। ਚਲੋ ਉਹ ਵਿਚਾਰਾਂ ਲੰਮੀਆਂ। ਉਹ ਇਸ਼ਨਾਨ ਕੀਤਾ ਉਹਨੇ, ਪਿੰਗਲਾ ਸੀ ਗੁਰਮੁਖੋ, 9 ਵਾਰ 9 ਠੀਕ ਹੋਇਆ। ਫਿਰ ਸਤਿਗੁਰਾਂ ਦੇ ਸਰਧਾਲੂ ਸਿੱਖ ਉਹ ਬਣ ਗਏ, ਸਤਿਗੁਰਾਂ ਦੇ ਸਿੱਖ ਸਿੱਖਣੀ ਉਹ ਬਣੇ, ਪਿੰਗਲਾ ਤੇ ਰਜਨੀ। ਤੇ ਉਹਦੇ ਪਿਤਾ ਦੁਨੀ ਚੰਦ ਜਿਹੜਾ ਸੀਗਾ ਨਾ, ਪਤਾ ਲੱਗਿਆ ਮਨ ਰੂਪੀ ਰਾਜੇ ਦੇ ਪਰਥਾਏ। ਫਿਰ ਪਿਤਾ ਤੇ ਮਨ ਰੂਪੀ ਰਾਜੇ ਦੇ ਪਰਥਾਏ, ਭਾਵ ਸਾਡਾ ਮਨ ਵੀ ਮਨ ਰਾਜਾ, ਸੁਲਤਾਨ ਰਾਜਾ ਹੈ। ਉਸ ਦੁਨੀ ਚੰਦ ਦੇ ਤੇ ਮਨ ਰੂਪੀ ਰਾਜੇ ਦੇ ਪਰਥਾਏ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਸ਼ਰੀ ਰਾਗ ਦੇ ਵਿੱਚ ਪਹਿਲੇ ਘਰ ਦੇ ਵਿੱਚ ਸ਼ਬਦ ਉਚਾਰਨ ਕੀਤਾ ਹੈ।
ਮਹਾਰਾਜ ਬਚਨ ਕਰਦੇ ਨੇ, ਆਓ ਜੀ ਪ੍ਰੇਮ ਦੇ ਨਾਲ ਵਿਚਾਰੀਏ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਆ ਤੂੰ ਰਤਾ ਦੇਖ ਕੇ ਪੁੱਤਰ ਕਲਤਰ ਸਿੰਗਾਰ। ਐ ਰਾਜਨ, ਤੂੰ ਇਹਨਾਂ ਸੰਸਾਰਿਕ ਵਸਤੂਆਂ ਨੂੰ ਵੇਖ ਕੇ ਕੀ ਇਹਨਾਂ 'ਚ ਤੂੰ ਰੰਗਿਆ ਹੋਇਆ, ਜੋ ਇਹ ਪੁੱਤਰ ਕਲਤਰ ਕਹੀਏ ਇਸਤਰੀ, ਇਹਦੇ ਸ਼ਿੰਗਾਰ ਦੇ ਪਦਾਰਥ, ਗਹਿਣੇ ਜਿਹੜੇ ਨੇ, ਕੱਪੜੇ ਨੇ ਪਹਿਨੇ ਆ, ਭਾਵ ਇਹਨਾਂ ਚੀਜ਼ਾਂ ਨੂੰ ਵੇਖ ਕੇ ਤੂੰ ਮਦਮਸਤ ਹੋ ਰਿਹਾ। ਮੇਰਾ ਪੁੱਤ, ਮੇਰੇ ਘਰ ਵਾਲੀ, ਮੇਰੇ ਬੱਚੇ, ਕਿਆ ਤੂੰ ਰੱਤਾ ਦੇਖ ਕੇ ਮਸਤ ਹੋਇਆ ਫਿਰਦਾ ਵੀ ਮੇਰਾ ਪੁੱਤਰ ਕਲਤਰ ਸਿੰਗਾਰ, ਪੁੱਤਰ ਕਲਤਰ ਕੀਏ ਘਰ ਵਾਲੀ, ਮਸਤ ਹੋਇਆ ਫਿਰਦਾ। ਰਸ ਭੋਗੈ ਖੁਸ਼ੀਆਂ ਕਰੈ, ਮਾਣੈ ਰੰਗ ਅਪਾਰ। ਇਹਨਾਂ ਪਦਾਰਥਾਂ 'ਚ ਲੱਗ ਕਰਕੇ ਸ਼ਬਦ, ਸਪਰਸ਼, ਰੂਪ, ਗੰਧ, ਇਹ ਆਦਿ ਵਿਸ਼ੇ ਜਿਹੜੇ ਨੇ, ਇਹਨਾਂ ਦੇ ਰਸਾਂ ਨੂੰ ਤੂੰ ਭੋਗਦਾ ਤੇ ਮਨ ਦੀਆਂ ਖੁਸ਼ੀਆਂ ਕਰਦਾ। ਹੋਰ ਮਾਣੈ ਰੰਗ ਅਪਾਰ, ਅਪਾਰ ਕੀ ਇਹ ਅਣਗਿਣਤ ਜਾਂ ਪਾਰਾਵਾਰ ਤੋਂ ਭਾਵ ਰਹਿਤ, ਖਾਣ ਪੀਣ ਭੋਗਣ, ਇਹ ਰੰਗ ਜਿਹੜੇ ਆ ਇਹਨਾਂ ਨੂੰ ਤੂੰ ਮਾਣਦਾ। ਭਾਵ ਸ਼ਰਾਬਾਂ, ਕਬਾਬਾਂ, ਸ਼ਬਾਬਾਂ, ਇਹਨਾਂ 'ਚ ਲੱਗ ਕੇ ਬਦਫੈਲੀਆਂ ਕਰਦਾ। ਬਦਫੈਲੀਆਂ 'ਚ ਲੱਗ ਕੇ ਸੰਸਾਰ ਦੇ ਰਸਾਂ ਕਸਾਂ ਭੋਗਾਂ ਨੂੰ ਭੋਗਦਾ। ਮਦਮਸਤ ਰਹਿਣਾ। ਜੋਬਨ ਧਨ ਪ੍ਰਭ ਤਾ ਕੇ ਮਦ ਮੈਂ ਐਨਸ ਰਹੇ ਦੀਵਾਨਾ, ਝੱਲਾ ਹੋਇਆ ਪਾਗਲ ਹੋਇਆ ਫਿਰਨਾ ਤੂੰ। ਬਦਵੈਲੀਆਂ ਕਰਦਾ, ਰੰਗ ਮਾਣਦਾ। ਅਸਲ ਜਿਹੜਾ ਨਾ, ਅਸਲ ਆਪਣਾ ਮੂਲ, ਉਹਨੂੰ ਤੂੰ ਨਹੀਂ ਪਛਾਣਦਾ, ਬਦਫੈਲੀਆਂ ਕਰਦਾ। ਉਹ ਕਹਿੰਦੇ ਆ ਬਹੁਤ ਕਰੇ ਫਰਮਾਇਸ਼ੀ, ਵਰਤੈ ਹੋਏ ਅਫਾਰ। ਉਹ ਰਾਜਿਆ ਬਹੁਤ ਸਾਰੀਆਂ ਫਰਮਾਇਸ਼ੀ ਕਹੀਏ, ਫਰਮਾਇਸ਼ਾਂ ਕਰਦਾ ਕਿ ਮੈਨੂੰ ਫਲਾਣੇ ਦੇਸ਼ ਦਾ ਫਲਾਣਾ ਤੋਹਫਾ ਮਿਲ ਜਾਵੇ, ਆਹ ਮਿਲ ਜੇ, ਉਹ ਲਿਆ ਦੋ, ਆਹ ਹੋ ਜਾਏ, ਉਹ ਹੋ ਜਾਏ। ਰਾਜੇ ਨੇ ਤਾਂ ਉੱਡਰੇ ਮਾਰਨਾ। ਫਿਰ ਕੀ ਹੈ ਜੀ, ਬਹੁਤ ਵਾਰ ਆਪਾਂ ਸ਼ਬਦ ਵਿਚਾਰੇ ਆ ਕਿ ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਰਾਜ ਭਾਗ ਭੋਗਦਾ, ਮਨ ਆਏ ਹੁਕਮ ਕਰਦਾ, ਮਨ ਆਈਆਂ ਕਰਦਾ। ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ, ਬਾਣੀ ਕਹਿੰਦੀ ਆ। ਫਿਰ ਹੁਕਮ ਕੀਏ ਮਨ ਭਾਵੰਦੇ, ਰਾਏ ਭੀੜੇ ਅੱਗੇ ਜਾ ਬਣਾ। ਮਨ ਭਾਉਂਦੇ ਹੁਕਮ ਕਰਦਾ, ਫਰਮਾਇਸ਼ਾਂ ਕਰਦਾ, ਬਹੁਤ ਕਰੇ ਫਰਮਾਇਸ਼ੀ, ਆਹ ਮਿਲ ਜੇ, ਉਹ ਮਿਲ ਜੇ, ਆਹ ਲਿਆ ਦੋ, ਉਹ ਲਿਆ ਦੋ। ਹੁਕਮ ਕਰਦਾ ਬੰਦਾ ਜੀ, ਦੂਸਰਿਆਂ ਤੇ ਹੁਕਮ ਕਰਦਾ, ਹਕੂਮਤ ਕਰਦਾ। ਅਫਾਰ ਕਹੀਏ ਅਮੋੜ ਹੋ ਕੇ ਚੱਲਦਾ, ਭਾਵ ਕਿਸੇ ਦੇ ਯਥਾਰਥ ਗੱਲ ਮੰਨਣ ਨੂੰ ਤਿਆਰ ਨਹੀਂ। ਉਹਦੇ ਵਿੱਚ ਤੂੰ ਆਪਣਾ ਫਾਇਦਾ ਵੇਖਣਾ, ਆਪਣਾ, ਦੂਜੇ ਦਾ ਨਹੀਂ। ਦੂਜਾ ਮਰੇ ਖੱਪੇ, ਆਪਾਂ ਨੂੰ ਕੀ। ਮਨ ਭਾਉਂਦੇ ਹੁਕਮ ਕਰਦਾ, ਭੋਗ ਰਹੇ ਆ, ਵਰਤੈ ਹੋਏ ਅਫਾਰ। ਅਮੋੜ ਹੋ ਕੇ, ਫੁੱਲ ਕਰਕੇ, ਅਫਾਰ ਹੋ ਕੇ ਤੂੰ ਇਹ ਹੁਕਮ ਕਰਦਾ। ਕਿਸੇ ਦੇ ਯਥਾਰਥ ਗੱਲ ਮੰਨਣ ਨੂੰ ਤਿਆਰ ਨਹੀਂ ਆ, ਆਪਣੀ ਮਰਜ਼ੀ ਕਰ ਰਿਹਾ। ਤੇ ਸਤਿਗੁਰ ਕਹਿੰਦੇ ਆ, ਕਰਤਾ ਚਿਤ ਨ ਆਵਈ, ਮਨਮੁਖ ਅੰਧ ਗਵਾਰ। ਉਹ ਕਰਨ ਵਾਲਾ ਮਾਲਕ ਜਿਹੜਾ ਹੈ, ਪਰਮੇਸ਼ਰ ਜਿਹਨੇ ਸਾਨੂੰ ਭੇਜਿਆ, ਉਹਨੂੰ ਤੂੰ ਚੇਤੇ ਨਹੀਂ ਕਰਦਾ, ਉਹ ਤੈਨੂੰ ਚੇਤੇ ਨਹੀਂ ਆਉਂਦਾ। ਆਪਣੇ
ਮਨ ਨੂੰ ਮੁਖੀ ਸਮਝ ਕੇ, ਭਾਵ ਮਨ ਦੇ ਪਿੱਛੇ ਲੱਗ ਕੇ, ਗਿਆਨ ਤੋਂ ਅੰਨਾ ਹੋ ਕੇ, ਗਵਾਰ ਕਹੀਏ ਨਾ ਸਮਝ ਕਹੀਏ, ਮੂਰਖ ਹੋ ਰਿਹਾ, ਭਾਵ ਮਨ ਭਾਉਂਦੀਆਂ ਗੱਲਾਂ ਤੂੰ ਕਰਦਾ, ਮਨ ਆਏ ਹੁਕਮ ਕਰਦਾ। ਤੇ ਫਿਰ ਇੱਥੇ ਹੋਰ ਬਹੁਤ ਆਏ। ਮਹਾਰਾਜ ਦੀ ਬਾਣੀ ਕਹਿੰਦੀ ਹੈ, ਜਿਨ ਗੜ ਕੋਟ ਕੀਏ ਕੰਚਨ ਕੇ, ਜਿਨ ਗੜ ਕੋਟ ਕੀਏ ਕੰਚਨ ਕੇ, ਜਿਹਦੇ ਗੜ ਸਨ ਕੰਚਨ ਕੀਏ ਸੋਨੇ ਦੇ। ਕਿੰਨਾ ਕੁ ਵੱਡਾ ਰਾਜ ਹੋਣਾ ਜੀ ਸਾਡਾ। ਸਰਬ ਸੋਇਨ ਕੀ ਲੰਕਾ ਹੋਤੀ, ਰਾਵਨ ਸੇ ਅਧਿਕਾਈ। ਕਹਾਂ ਭਇਓ ਦਰ ਵਾਂਧੇ, ਹਾਥੀ ਖਿਨ ਮੈਂ ਭਈ ਭਰਾਈ। ਸਾਡੇ ਕੋਲ 2-4 ਕਿਲੋ ਕੁਆਂਟਲ 2 ਕੁਆਂਟਲ ਚਲੋ ਮੰਨ ਲਓ ਵੀ ਇੰਨਾ ਕੁ ਸੋਨਾ ਹੋਣਾ। ਸਜਣਾ ਉਹ ਰਾਵਣ, ਜਿਨ ਗੜ ਕੋਟ ਕੀਏ ਕੰਚਨ ਕੇ, ਜਿਹਦੀ ਸਾਰੀ ਰਾਜਧਾਨੀ, ਸਾਰਾ ਮਹਿਲ ਹੀ ਸਭ ਕੁਝ ਸੋਨੇ ਦਾ। ਕਹਿੰਦੇ ਛੋੜ ਗਿਆ ਸੋ ਰਾਵਣ, ਉਹ ਵੀ ਛੋੜ ਗਿਆ, ਉਹ ਵੀ ਛੱਡ ਗਿਆ। ਕਾਹੇ ਕੀਜਤ ਹੈ ਮਨ ਭਾਵਨ, ਵੱਡੇ ਵੱਡੇ ਮਹਿਲ ਸੋਨੇ ਦੇ। ਰਾਵਣ ਸੇ ਅਧਿਕਾਈ, ਹੋਰ ਰਾਵਣੇ ਨਹੀਂ ਕੱਲਾ, ਹੋਰ ਬੜੇ ਸਨ। ਛੋੜ ਗਿਆ ਸੋ ਰਾਵਣ, ਉਹ ਵੀ ਛੱਡ ਕੇ ਤੁਰ ਗਿਆ, ਜਾ ਰਹੇ ਨੇ। ਫਿਰ ਕਾਹੇ ਕੀਜਤ ਹੈ ਮਨ ਭਾਵਨ, ਤੂੰ ਕਿਉਂ ਮੈਂ ਮੇਰੀ ਕਰਦਾ, ਥੋੜੇ ਜੇ ਰਾਜ ਦਾ ਹੰਕਾਰ ਕਰਦਾ, ਮਨ ਆਈਆਂ ਕਰਦਾ ਤੂੰ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਨ ਰਾਜੇ ਨੂੰ ਸੰਬੋਧਨ ਕਰ ਰਹੇ ਨੇ। ਪਹਿਲਾਂ ਉਹ ਦੁਨੀ ਚੰਦ ਦੇ ਪਰਥਾਏ ਬਚਨ ਉਚਾਰਿਆ। ਰਾਜਿਆ ਰਾਜ ਭਾਗ ਭੋਗਦਾ ਠੀਕ ਹੈ, ਪਰ ਹੰਕਾਰ ਕਰਨਾ ਗਲਤ ਹੈ। ਰਾਵਣ ਵਰਗੇ ਆਏ, ਦੁਰਯੋਧਨ ਵਰਗੇ ਆਏ, ਕਿੱਥੇ ਨੇ? ਜਿਹਦੀ ਸਾਰੀ ਲੰਕਾ ਹੀ ਸੋਨੇ ਦੀ। ਛੋੜ ਗਿਆ ਸੋ ਰਾਵਣ, ਕਹਿੰਦੇ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹ ਕੀ ਲੈ ਗਿਆ? ਨਾਲੇ ਮੈਂ ਕੀ ਲੈ ਜਾਣਾ? ਤੁਸੀਂ ਜਾਂਦਾ ਕਿਸੇ ਦੇ ਨਾਲ ਕੁਛ ਜੀ? ਇੱਥੋਂ ਤੱਕ ਆ ਸਰੀਰ ਜਿਹੜਾ ਵਾ, ਸਰੀਰ ਦੇ ਸਾਡੀ, ਜੋ ਤੁਹਾਨੂੰ ਉਪਜਿਆ ਸੰਗ ਹੀ, ਜੋ ਤੁਹਾਨੂੰ ਉਪਜਿਆ ਸੰਗ ਸਾਥ, ਸੋ ਵੀ ਸੰਗ ਨਾ ਹੋਇਆ। ਆ ਸਰੀਰ ਜਿਹੜਾ ਨਾਲ ਪੈਦਾ ਹੋਇਆ, ਇਹ ਵੀ ਨਹੀਂ ਜਾਂਦਾ। ਇਹ ਵੀ ਲੱਕੜਾਂ 'ਚ ਧਰ ਕੇ ਫੂਕ ਦੇਣਾ ਘਰਦਿਆਂ ਨੇ। ਕੋਈ ਜਲ ਪ੍ਰਵਾਹ ਕਰ ਦਿੰਦਾ, ਕੋਈ ਗੱਡ ਦਿੰਦਾ ਧਰਤੀ 'ਚ, ਕੋਈ ਕੁੱਤਿਆਂ ਬਿੱਲਿਆਂ ਨੂੰ ਖਵਾ ਦਿੰਦਾ, ਕੋਈ ਖੂਹ 'ਚ ਪਾ ਦਿੰਦਾ। ਪਰ ਨਾਨਕੇ ਬਣਾ ਜਾਪੇ ਕਿੱਥੇ ਜਾਏ ਸਮਾਏ। ਮਰਨ ਤੋਂ ਬਾਅਦ ਬੰਦਾ ਗਿਆ ਕਿੱਥੇ ਪਤਾ ਨਹੀਂ। ਆਪਣਾ ਆਦ ਵੇਖੀਏ, ਆਪਣਾ ਅੰਤ ਵੇਖੀਏ। ਅੱਗੇ ਫਿਰ ਮਨ ਦੇ ਪਰਥਾਏ ਬਚਨ ਮਹਾਰਾਜ ਦੇ ਕਹਿੰਦੇ ਆ, ਮੇਰੇ ਮਨ ਸੁਖ ਦਾਤਾ ਹਰਿ ਸੋਇ। ਐ ਮਨਾ, ਉਹ ਮਨ ਰੂਪੀ ਰਾਜੇ, ਸੁੱਖਾਂ ਦਾ ਦਾਤਾ ਉਹ ਇੱਕ ਪਰਮੇਸ਼ਰ ਹੀ ਆ। ਭਾਵ ਜਿਹਨੂੰ ਵੇਦ ਸ਼ਾਸਤਰ ਕਹੀਏ, ਨੇਤ ਨੇਤ ਕਹਿੰਦੇ ਨੇ। ਨੇਤ ਨੇਤ ਕਵੰਤ ਵੇਦਾ, ਊਚ ਮੂਚ ਅਪਾਰ ਗੋਬਿੰਦੈ। ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਸੰਸਕ੍ਰਿਤ ਵਿੱਚ ਵਚਨ ਕਰਦੇ ਨੇ। ਨੇਤ ਨੇਤ ਕਥੰਤ ਵੇਦਾ, ਜਿਹਨੂੰ ਨੇਤ ਨੇਤ ਕਹਿੰਦੇ ਨੇ ਵੇਦ, ਊਚ ਮੂਚ ਅਪਾਰ ਗੋਬਿੰਦ ਹੈ। ਉਹ ਉੱਚਾ ਅਗਮ ਅਪਾਰ ਹੈ ਪਰਮੇਸ਼ਰ। ਗੁਰ ਪ੍ਰਸਾਦੀ ਪਾਈਐ, ਕਰਮ ਪ੍ਰਾਪਤ ਹੋਏ। ਉਹ ਪਰਮਾਤਮਾ ਨੂੰ ਗੁਰਾਂ ਦੀ ਕਿਰਪਾ ਦੁਆਰਾ ਹੀ ਪਾਈਂਦਾ। ਇਹ ਤੇ ਵਾਹਿਗੁਰੂ ਜੀ ਦੀ ਨਿਸ਼ਕਾਮ ਕਰਮਾਂ ਰੂਪੀ ਸੇਵਾ ਜਿਹੜੀ ਆ ਨਾ, ਉਹ ਨਿਸ਼ਕਾਮ ਕਰਮਾਂ ਕਰਕੇ ਪ੍ਰਮਾਤਮਾ ਪ੍ਰਾਪਤ ਹੁੰਦਾ ਹੈ। ਚਲੋ ਮਨ ਵਿੱਚ ਜਿਹੜੀਆਂ ਭਾਵਨਾਵਾਂ ਸਾਡੇ ਨੇ ਪੂਰੀਆਂ ਹੋਣਗੀਆਂ,
ਪਰ ਉਹਦੀ ਪ੍ਰਾਪਤੀ ਕਦੋਂ ਹੈ ਜੀ? ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੇਵਾ ਕਰਕੇ ਨਾ ਕੋਈ ਕਾਮਨਾ ਨਾ ਰੱਖੋ, ਮੈਨੂੰ ਆਹ ਮਿਲ ਜੇ, ਮੈਨੂੰ ਉਹ ਤਾਂ ਮਿਲਦੀ ਰਹਿਣਾ। ਜਦੋਂ ਅਸੀਂ ਕੁਝ ਵੀ ਨਹੀਂ ਸੀ ਕਰ ਰਹੇ, ਕੁਝ ਵੀ ਨਹੀਂ ਸੀ ਕਰ ਸਕਦੇ, ਉਹਨੇ ਉਦੋਂ ਵੀ ਦਿੱਤਾ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਉਹਨੂੰ ਚਿੰਤਾ ਜਿਹਨੇ ਆਪੇ ਨਹੀਂ ਦਊਗਾ ਉਹ। ਜਿਨ ਜੀਓ ਦੀਆ ਸੋ ਰਿਜਕਮ ਬਰਾਵੇ, ਸਭ ਕੜ ਪੀਤਰ ਹਾਟ ਚਲਾਵੇ। ਮਹਾਰਾਜ ਕਹਿੰਦੇ ਨੇ, ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣ ਹਾਰ। ਤੇ ਜਿਨ ਪੈਦਾਇਸ਼ ਤੂੰ ਕੀਆ, ਸੋਈ ਦੇ ਆਧਾਰ। ਜਿਹਨੇ ਪੈਦਾ ਕੀਤਾ ਆਪੇ ਨਹੀਂ ਦਊਗਾ, ਆਪੇ ਦਊ। ਆਪਣੀ ਟੈਨਸ਼ਨ ਥੋੜੀ ਆ, ਉਹਦੀ ਆ। ਪਰ ਜੇ ਉਹਨੇ ਸਾਨੂੰ ਭੁੱਖਾ ਮਾਰਨਾ, ਸਾਡੇ ਕਿਸਮਤ 'ਚ ਨਹੀਂ ਲਿਖਿਆ ਖਾਣਾ, ਜੇ ਉਹਦਾ ਹੁਕਮ ਨਹੀਂ ਨਾ ਜੀ, ਅਸੀਂ ਇੱਕ ਬੂੰਦ ਵੀ ਨਹੀਂ ਅੰਦਰ ਟਪਾ ਸਕਦੇ, ਜੇ ਉਹਦਾ ਹੁਕਮ ਨਹੀਂ ਨਾ। ਜਦ ਕੁਝ ਵੀ ਨਹੀਂ ਹੁੰਦੇ, ਉਦੋਂ ਕੀ ਕਰ ਲਾਂਗੇ ਆਪਾਂ? ਕੰਮ ਤਾਂ ਚੱਲਦੀ ਰਹਿੰਦੇ ਨੇ, ਦੁਨੀਆ ਆ ਰਹੀ ਆ ਜਾ ਰਹੀ ਆ। ਜਦੋਂ ਅਸੀਂ ਨਹੀਂ ਸੀ ਉਦੋਂ ਵੀ ਕੰਮ ਹੁੰਦੇ ਸੀਗੇ, ਜਦੋਂ ਨਹੀਂ ਹੋਵਾਂਗੇ ਉਦੋਂ ਵੀ ਹੋਣਗੇ। ਜਬ ਕਛ ਨਾ ਸਿਓ ਤਬ ਕਿਆ ਕਰਤਾ, ਕਬਨ ਕਰਮ ਕਰੇ ਆਇਆ। ਕੁਝ ਵੀ ਨਹੀਂ ਸੀ ਉਦੋਂ ਕੀ ਕਰ ਲੈਂਦੇ? ਮਾਂ ਦੇ ਪੇਟ 'ਚ ਅਸੀਂ ਕੀ ਕਰ ਲੈਂਦੇ? ਇਹ ਤਾਂ ਚਲੋ ਬੰਦਾ ਜਵਾਨ ਹੁੰਦਾ ਹੈ, ਹੌਲੀ ਹੌਲੀ ਕਮਾਉਣ ਲੱਗ ਜਾਂਦਾ ਹੈ, ਫਿਰ ਉੱਥੇ ਹੰਕਾਰੀ ਬਣਦਾ। ਬਚਪਨ ਜਨਮ ਤੋਂ ਲੈ ਕੇ, ਭਾਵ ਮਾਂ ਦੇ ਪੇਟ ਤੋਂ ਲੈ ਕੇ ਵੱਡਾ ਹੋਣ ਤੱਕ, ਜਿੰਨਾ ਟਾਈਮ ਬੰਦਾ ਆਪ ਨਹੀਂ ਕੁਛ ਕਰਨ ਲੱਗ ਜਾਂਦਾ, ਕਿਰਤ ਕਮਾਈ, ਉਦੋਂ ਪਹਿਲਾਂ ਕੌਣ ਦਿੰਦਾ ਹੈ ਨਾ ਕੋਈ ਦੇਣ ਵਾਲਾ। ਭਾਵ ਕਾਮਨਾ ਨਾ ਰੱਖੋ, ਆਪੇ ਦਊਗਾ। ਤੁਰਦੇ ਰਹੋ, ਬਸ ਤੁਰਦੇ ਰਹੋ ਉਹਦੀ ਰਜ਼ਾ 'ਚ। ਇਸ ਕਰਕੇ ਸੁੱਖਾਂ ਦਾ ਦਾਤਾ ਪਰਮਾਤਮਾ, ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਆ। ਗੁਰੂ ਕਿਰਪਾ ਕਰਦਾ ਤਾਂ ਰੱਬ ਮਿਲਦਾ। ਉਹਦੇ ਵਚਨ ਪੱਲੇ ਬੰਨੀਏ, ਚਿੰਤਾ ਨਾ ਕਰੀਏ ਕੀ ਹੋਣਾ, ਕੀ ਹੋ ਜਾਏਗਾ। ਜੇ ਮੈਂ ਚਲਾ ਗਿਆ, ਮੈਂ ਆਹ ਨਾ ਕੀਤਾ, ਮੈਂ ਸੰਗਤ 'ਚ ਚਲਾ ਗਿਆ, ਗੁਰਦੁਆਰੇ ਗਿਆ, ਮੇਰਾ ਕੰਮ ਖਰਾਬ ਹੋ ਜੂ, ਘਰ ਵਿਗੜ ਜੂ, ਏਦਾਂ ਹੋ ਜੂ। ਜ਼ਿੰਮੇਵਾਰੀਆਂ ਨਿਭਾਓ, ਪਰ ਗੁਰਮੁਖੋ ਅਸਲ ਜੀਵਨ ਜਿਹੜਾ ਨਾ, ਅਧਿਆਤਮਿਕ ਗਿਆਨ ਕੱਢੋ ਟਾਈਮ। ਹੁਣ ਜੋ ਸੋਚਦਾ ਨਾ ਕਿ ਆਇਆ ਨਹੀਂ ਜਾਂਦਾ, ਕੰਮ ਬੜੇ ਨੇ, ਬੜੇ ਕੰਮ ਨੇ, ਡੰਗਰ ਪਸ਼ੂ ਚਲੋ ਮੰਨਦੇ ਆ ਸਭ ਦੀ ਨੇ, ਵਿਆਹ ਹੋ ਜਾਣਾ, ਹੋ ਜਾਣਾ। ਹੁਣ ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਤੁਸੀਂ ਆਉਂਦੇ ਹੋ, ਤੁਸੀਂ ਵਿਹਲੜ ਹੋ। ਉਹਨਾਂ ਦਾ ਮਤਲਬ ਇਹੀ ਹੋ ਗਿਆ ਨਾ ਵੀ ਤੁਸੀਂ ਕੰਮ ਨਹੀਂ ਕਰਦੇ, ਤੁਸੀਂ ਤਾਂ ਜਮਾ ਸਾਫ਼ ਵਿਹਲੜ ਹੋ। ਜਿਹੜੇ ਆਪਾਂ ਸਾਰੇ ਵਿੱਚ ਇਕੱਠੇ ਬਹਿਨੇ ਆ, ਵੀ ਵਿਹਲੜ ਨੇ, ਕੋਈ ਕੰਮ ਨਹੀਂ। ਕੰਮ ਸਭ ਨੂੰ, ਸਭ ਕਰਦੇ ਨੇ, ਪਰ ਗੁਰਮੁਖੋ ਟਾਈਮ ਟੇਬਲ ਬਣਾਉਣਾ ਪੈਂਦਾ। ਇੱਕ ਵਿਚਾਰ ਹੋਰ ਸੁਣ ਲਓ, ਅਗਲਾ ਕਹਿੰਦਾ ਵੀ ਟਾਈਮ ਨਹੀਂ ਨਾ ਬੰਨਿਆ ਜਾਂਦਾ, ਬੰਨਿਆ ਜਾਂਦਾ। ਟਾਈਮ ਫੜਿਆ ਨਹੀਂ ਜਾਂਦਾ, ਫੜਿਆ ਜਾਂਦਾ ਟਾਈਮ।